ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਤੁਹਾਡੇ ਨਾਲ ਸੁਖਮਨਦੀਪ ਕੌਰ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅਹਿਮ ਖਬਰ ਦੇ ਨਾਲ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਾਲੇ ਤਕਰਾਰਬਾਜ਼ੀ ਹੋਈ ਹੈ। ਕਾਂਗਰਸ ਆਗੂ ਅਤੇ ਭਾਜਪਾ ਆਗੂਆਂ ਦੇ ਵੱਲੋਂ ਵੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਤਾਂ ਰਾਹੁਲ ਗਾਂਧੀ ਨਾਲ ਤਕਰਾਰ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਦੋਂ ਮੈਂ ਕਾਂਗਰਸ ਦੇ ਵਿੱਚ ਸੀ ਤਾਂ ਮੈਂ ਸ਼ਹੀਦ ਦਾ ਪੋਤਾ ਸੀ ਤੇ ਹੁਣ ਜੇ ਮੈਂ ਬੀਜੇਪੀ ਦੇ ਵਿੱਚ ਆ ਗਿਆ ਤਾਂ ਮੇਰੇ ਲਈ ਅਜਿਹੇ ਸ਼ਬਦ ਵਰਤੇ ਜਾ ਰਹੇ ਨੇ। ਕਿਹਾ ਕਿ ਖੁਦ ਦੇਸ਼ ਦੇ ਖਿਲਾਫ ਬੋਲਦੇ ਨੇ ਅਤੇ ਮੈਨੂੰ ਗੱਦਾਰ ਕਹਿੰਦੇ ਨੇ। ਮੈਂ ਸਿੱਖਾਂ ਦੇ ਕਾਤਲ ਪਰਿਵਾਰਾਂ ਦੇ ਨਾਲ ਹੱਥ ਨਹੀਂ ਮਿਲਾਉਂਦਾ। ਉੱਥੇ ਰਾਜਾ ਵੜਿੰਗ ਨੇ ਰਵਨੀਤ ਸਿੰਘ ਬਿੱਟੂ ਤੇ ਨਿਸ਼ਾਨਾ ਵੀ ਸਾਧਿਆ ਤੇ ਇਸੇ ਵਿਚਾਲੇ ਰਵਨੀਤ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਮਨਜਿੰਦਰ ਸਿੰਘ ਸਿਰਸਾ ਆਏ ਨੇ। ਤਾਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਾਂਗਰਸ ਦੀ ਮਾਨਸਿਕਤਾ ਦੇ ਵਿੱਚ ਬਦਲਾਅ ਨਹੀਂ ਆਇਆ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਹੋਈ ਤਕਰਾਰਬਾਜ਼ੀ ਤੋਂ ਬਾਅਦ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ। ਭਾਜਪਾ ਦੇ ਆਗੂਆਂ ਨੇ ਰਾਹੁਲ ਗਾਂਧੀ ਨੂੰ ਨਿਸ਼ਾਨੇ ਤੇ ਲਿਆ। ਉੱਥੇ ਹੀ ਕਾਂਗਰਸੀ ਆਗੂ ਵੀ ਰਾਹੁਲ ਗਾਂਧੀ ਦੇ ਹੱਕ ਵਿੱਚ ਉਤਰੇ ਅਤੇ ਰਵਨੀਤ ਬਿੱਟੂ ਨੂੰ ਨਿਸ਼ਾਨਾ ਬਣਾਉਣ ਲੱਗੇ। ਪਾਰਲੀਮੈਂਟ ਦੇ ਬਾਹਰ ਜਦੋਂ ਮੁਅੱਤਲ ਕਾਂਗਰਸੀ ਲੋਕ ਸਭਾ ਮੈਂਬਰ ਪ੍ਰਦਰਸ਼ਨ ਕਰ ਰਹੇ ਸੀ ਤਾਂ ਕੋਲ ਦੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਜਦੋਂ ਨਿਕਲਣ ਲੱਗੇ ਤਾਂ ਰਾਹੁਲ ਗਾਂਧੀ ਨੇ ਕਿਹਾ, ਦੇਖੋ ਇੱਕ ਗੱਦਾਰ ਇੱਥੋਂ ਲੰਘ ਰਿਹਾ, ਇਸ ਦਾ ਚਿਹਰਾ ਵੇਖੋ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਰਵਨੀਤ ਸਿੰਘ ਬਿੱਟੂ ਨਾਲ ਹੱਥ ਮਿਲਾਉਣ ਲਈ ਹੱਥ ਅੱਗੇ ਵਧਾਉਂਦੇ ਕਿਹਾ, ਨਮਸਤੇ ਭਰਾ ਮੇਰੇ ਗੱਦਾਰ ਦੋਸਤ, ਚਿੰਤਾ ਨਾ ਕਰੋ, ਤੁਸੀਂ ਵਾਪਸ ਕਾਂਗਰਸ ਆ ਜਾਓਗੇ। ਇਸ ਘਟਨਾ ਤੋਂ ਬਾਅਦ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਸਮਝਦੇ ਨੇ ਕਿ ਸਭ ਤੋਂ ਵੱਡੇ ਦੇਸ਼ ਭਗਤ ਅਸੀਂ ਹੀ ਹਾਂ। ਉਹਨਾਂ ਨੇ ਕਿਹਾ ਕਿ ਮੇਰੀ ਕਾਂਗਰਸ ਵਿੱਚ ਇਹੀ ਲੜਾਈ ਸੀ, ਜਿੰਨਾ ਚਿਰ ਤੁਹਾਡੇ ਨਾਲ ਸੀ ਤਾਂ ਮੈਂ ਠੀਕ ਸੀ, ਹੁਣ ਜੇ ਭਾਜਪਾ ਦੇ ਵਿੱਚ ਹਾਂ ਤੇ ਕਿੰਨਾ ਸ਼ਬਦਾਂ ਦੇ ਨਾਲ ਸੰਬੋਧਨ ਕਰ ਰਹੇ ਨੇ। ਰਵਨੀਤ ਬਿੱਟੂ ਨੇ ਕਿਹਾ ਕਿ ਗਾਂਧੀ ਪਰਿਵਾਰ ਸਿੱਖਾਂ ਦੇ ਅਪਮਾਨ ਦਾ ਜ਼ਿੰਮੇਵਾਰ ਹੈ। ਮੇਰੇ ਪਰਿਵਾਰ ਨੇ ਦੇਸ਼ ਲਈ ਕੁਰਬਾਨੀ ਦਿੱਤੀ, ਖੁਦ ਦੇਸ਼ ਦੇ ਖਿਲਾਫ ਬੋਲਦੇ ਨੇ ਅਤੇ ਮੈਨੂੰ ਗੱਦਾਰ ਕਹਿੰਦੇ ਨੇ। मैं सिखा दे कातल परिवार नाल हाथ नहीं मिलाऊंगा। यही जब मैं पार्टी में था वो समझते हैं भी सबसे बड़े देशभक्त हम ही हैं। मेरे पिताजी ने शहादत दी तो मेरी पार्टी में यही लड़ाई थी भी मेरे दादाजी सरदार बेअंत सिंह, जो आपने आग लगाई थी पंजाब में, ये कांग्रेस पार्टी और गांधी फैमिली ने आग लगाई थी। हमारे सबसे बड़े गुरुद्वारा, पवित्र गुरुद्वारा गुरु ग्रंथ साहब जी के वहां पे अंगों में गोली लगी, दरबार साहब गोल्डन टेम्पल में, और ढह ढेरी कर दिया और हजारों सिखों को, पंजाबियों को इन्होंने निशाना बना बना के उनका कत्ल करवाया। एक शहीद का पोता, जितनी देर मैं आपके साथ था तो ठीक था, अब अगर मैं बीजेपी में हूं तो आप मुझे इस शब्दों से संबोधन कर रहे हैं। वेदना पीड़ा, और उसके बाद देखो ये अपने आप को समझते क्या है, ये चीज कह के मुझे हाथ आगे कर रहे हैं जैसे कोई शहंशाह हो, जैसे कोई मतलब वो समझते मालिक ही हम हैं इस दुनिया देश के। गांधी फैमिली के ना हो पर सिर पे पगड़ी है सरदार की। उधर राहुल गांधी दे इस बयान पिछों रवनीत बिट्टू दे हक विच होर केंद्रीय मंत्री भी आए। केंद्रीय मंत्री रामदास अठवाले ने कहा कि रवनीत बिट्टू को गद्दार कहना ठीक नहीं। मुझे लगता है कि बिट्टू जी हमारे मंत्रिमंडल के एमओएस है और वो जब जा रहे थे तब उनको गद्दार बोलना बिल्कुल ठीक नहीं है। अगर राहुल गांधी जी अगर बिट्टू को गद्दार बोलते हैं तो क्या राहुल गांधी जी गद्दार है? ऐसा हम कभी नहीं बोलते हैं। राहुल गांधी जी अपोजिशन नेता है तो उन्होंने ऐसा बयान देना बिल्कुल ठीक नहीं है। ऐसे बयान का हम अधिकार करते हैं और बिट्टू गद्दार नहीं है, बिट्टू बिट्टू है। उधर भाजपा आगू ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ, ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ ਅਤੇ ਭਾਜਪਾ ਵਿਧਾਇਕ ਅਰਵਿੰਦਰ ਸਿੰਘ ਲਵਲੀ ਵੱਲੋਂ ਇਸ ਨੂੰ ਲੈ ਕੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਸਿੱਖੀ ਧਰਮ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ।
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਰਵਨੀਤ ਬਿੱਟੂ ਸਿੱਖ ਪਰਿਵਾਰ ਵਿੱਚੋਂ ਆਉਂਦੇ ਨੇ ਜਿਸ ਨੇ ਦੇਸ਼ ਦੀ ਸੇਵਾ ਕੀਤੀ। ਰਾਹੁਲ गांधी ਦੀ गद्दार वाली टिप्पणी निंदनयोग है। पार्लियामेंट में एक सिख मंत्री के खिलाफ जिस तरह की शब्दावली का इस्तेमाल किया, वो एक सिख सरदार को गद्दार कहना, इसकी मैं कड़े शब्दों में निंदा करता हूं। बड़ा शर्मसार करने वाला है। मैं राहुल गांधी जी, अगर कोई गद्दार है तो आप हैं। सिख सरदार है, वो कभी गद्दार नहीं हो सकता, लेकिन आप द्वारा इस तरह की मानसिकता को दर्शाना, सिखों के प्रति इस तरह के अपशब्द बोलना, ये बताता है कि कांग्रेस की आज भी मानसिकता में बदलाव नहीं आया। ये माइंडसेट जो है ना कि अच्छा, मैं मानता हूं कि राहुल जी ऑनरेबल लीडर ऑफ ऑपोजिशन, ही इज अपसेट कि बिट्टू जी उनकी पार्टी में थे और उनकी पार्टी को छोड़ दे। बट तो ये कहना है कि अच्छा भाई, मैं समझ सकता हूं कि अगर आपको इस पर नाराजगी एक्सप्रेस करनी है तो कहिए, अरे माय फ्रेंड, माय लॉन्ग लॉस्ट फ्रेंड, उसने ये भी बोला यू विल कम बैक। अरे एक तरफ से उसको बोला है ट्रेटर, ट्रेटर यू विल कम बैक। अरे मेरे भाई, अगर ट्रेटर है, तुम्हारे और भी कई दोस्त यार होंगे, मित्र होंगे जो ट्रेटर होंगे, बट देन व्हाई डू यू वांट हिम टू कम बैक इफ ही इज अ ट्रेटर? नो, इट्स अ माइंडसेट। उधर पंजाब के लोक सभा मैंबर और पंजाब कांग्रेस के प्रधान अमरिंदर सिंह राजा वड़िंग ने रवनीत बिट्टू नूं कहा कि जिसने तुहानू बनाया होवे उस लिए इस तरह बोलना शोभा नहीं दिंदा। जो तुहानू राजनीति विच लैके आया होवे उस लिए इस तरह शब्द कहोगे तां चंगी गल नहीं। मैं तो उनको यही कहूंगा कि आपको ऐसे शब्द, जो आपका बॉस रहे हों, जिन्होंने आपको बनाया हो, उनके बारे में किसी प्रकार की भी टिप्पणी जब आप करते हो तो दुनिया आपको अच्छा नहीं समझती। मेरे भाई, आप इससे अच्छा है कि राहुल जी अगर आए भी ना तो अपना रास्ता बदल लें। अगर उनको आपका दिल नहीं करता बुलाने का, लोग इसको अच्छा समझेंगे, लेकिन सामने होकर कुछ बात कहेंगे तो लोग कहेंगे कि इन्हीं ने बनाया था। तो इस तरीके से दूसरे देश, आम लोगों की भी जो परसेप्शन है वो खराब होती है कि ऐसे लोग, आप नहीं समझते कि जिस व्यक्ति को खुद बनाया हो, सब कुछ खुद दिया हो, अपने हाथों से दिया हो। बिट्टू जी पगड़ी नहीं पहनते थे। बिट्टू जी कहते हैं कि मेरे को पगड़ी पहनने के लिए राहुल गांधी जी ने प्रेरित किया। ये उनकी वर्डिंग्स हैं। जिस बंदे ने आपको पगड़ी पहनने से लेकर पॉलिटिक्स में लाए, उसके लिए अगर आप ऐसे शब्द कहोगे तो अच्छी बात है। यही नहीं, कांग्रेस पार्टी ने एआई नाल रवनीत बिट्टू के हत्थां विच गद्दार लिखे दियां तख्तियां फड़े दियां फोटोआं बना अपने सोशल मीडिया अकाउंट उत्ते पोस्ट करनियां शुरू कर दित्तियां। ब्यूरो रिपोर्ट, प्राइम एशिया टीवी। उधर जलंधर ਦੇ ਵਿੱਚ ਐਨਕਾਊਂਟਰ ਹੋਇਆ। ਨਕੋਦਰ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਾਲੇ ਮੁੱਠਭੇੜ ਹੋਈ ਹੈ। ਮੁੱਠਭੇੜ ਦੌਰਾਨ ਇੱਕ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ। ਲੱਤ ਵਿੱਚ ਗੋਲੀ ਲੱਗਣ ਕਾਰਨ ਬਦਮਾਸ਼ ਜ਼ਖਮੀ ਹੋ ਗਿਆ ਅਤੇ ਦੂਜੇ ਬਦਮਾਸ਼ ਦੀ ਵੀ ਲੱਤ ਟੁੱਟ ਗਈ ਤਾਂ ਪੁਲਿਸ ਨੇ ਮੌਕੇ ਤੇ ਦੋਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਕਾਬੂ ਕਰ ਲਿਆ। ਤੇ ਨਕੋਦਰ ਪੁਲਿਸ ਨੇ ਇੱਕ ਯੋਜਨਾਬੱਧ ਗੋਲੀਬਾਰੀ ਦੀ ਘਟਨਾ ਨੂੰ ਸਫਲਤਾਪੂਰਵਕ ਨਾਕਾਮ कर दिता है। पुलिस ने विदेश गैंग के 2 मैंबरों को एनकाउंटर दौरान गिरफ्तार किया है तो दोवें मुलजम विदेश बैठे गैंगस्टरां के इशारियां ते फिरौती मंगण, गोलीबारी के घटनावां ते होर अपराधिक वारदातां नूं अंजाम दिंदे सन ते पूरा मामला फिरौती के घटना दे नाल जुड़िया होया है। 16 जनवरी ਤੇ 17 ਜਨਵਰੀ ਦੀ ਇੰਟਰਵੀਨਿੰਗ ਨਾਈਟ ਨੂੰ ਬਖਸ਼ੀ ਟਰੈਵਲਰ ਨਕੋਦਰ ਦੇ ਵਿੱਚ ਇੱਕ ਫਾਇਰਿੰਗ ਹੋਈ ਸੀ, ਜਿਸ ਨੂੰ ਪਹਿਲਾਂ ਜਿਹੜਾ ਮਨੀਸ਼ ਬਖਸ਼ੀ ਨਾਂ ਦਾ ਇੱਥੇ ਜੋ ਟਰੈਵਲ ਏਜੰਟ ਹੈ, ਉਸ ਨੂੰ 11/11/25 ਨੂੰ ਇੱਕ ਐਕਸਟੋਰਸ਼ਨ ਕਾਲ ਆਈ ਸੀ ਫੋਰਨ ਦੇ ਨੰਬਰ ਤੋਂ, WhatsApp ਕਾਲ ਸੀ, ਜਿਸ ਦੇ ਵਿੱਚ ਉਸ ਤੋਂ ਫਰੌਤੀ ਦੀ ਮੰਗ ਕੀਤੀ ਗਈ ਸੀ। ਤਾਂ ਉਸ ਤੇ ਮੁਕੱਦਮਾ ਨੰਬਰ ਜਿਹੜਾ ਹੈਗਾ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਸੀ। ਤਾਂ ਉਸ ਤੋਂ ਬਾਅਦ 16 ਤੇ 17 ਜਨਵਰੀ ਨੂੰ ਬਖਸ਼ੀ ਟਰੈਵਲਰ ਦੇ ਉੱਪਰ ਰਾਤ ਨੂੰ 3 ਨੌਜਵਾਨਾਂ ਨੇ ਆ ਕੇ 8-9 ਰਾਊਂਡ ਜਿਹੜੇ ਹੈਗੇ ਫਾਇਰਿੰਗ ਕੀਤੀ ਸੀ। ਤਾਂ ਜਿਸ ਦੇ ਵਿੱਚ 13 ਨੰਬਰ ਮੁਕੱਦਮਾ ਜਿਹੜਾ ਹੈਗਾ 18 ਜਨਵਰੀ 2026 ਨੂੰ ਅਸੀਂ ਦਰਜ ਕਰਕੇ ਇਹਦੀ ਤਫਤੀਸ਼ ਜਿਹੜੀ ਹੈਗੀ ਕਰ ਰਹੇ ਸੀ। ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਜਿਹੜਾ ਹੈਗਾ ਇਹ ਸਾਰੀ ਕਾਰਵਾਈ ਨੂੰ ਅੱਗੇ ਲੈ ਕੇ ਜਾ ਰਹੇ ਸੀ ਤਫਤੀਸ਼ ਨੂੰ। ਤਾਂ ਅੱਜ ਸਾਡੀ ਮਾਰਨਿੰਗ ਦੇ ਵਿੱਚ ਪੁਲਿਸ ਪਾਰਟੀ, ਜਿਹਦੇ ਵਿੱਚ ਸਬ ਇੰਸਪੈਕਟਰ ਹਰਮਿੰਦਰ ਸਿੰਘ SHO ਸਿਟੀ ਨਕੋਦਰ, ਜਿਨ੍ਹਾਂ ਦੇ ਨਾਲ SC ਰੂਪ ਸਿੰਘ ਤੇ ਨਾਲ ਇਹਨਾਂ ਦੇ ਕੁਲਦੀਪ ਤੇ ਸੰਤੋਖ ਸਿੰਘ, ਇਹ ਸਾਰੀ ਟੀਮ ਜਿਹੜੀਆਂ ਏਰੀਆ ਦੇ ਵਿੱਚ ਮੌਜੂਦ ਸੀ, ਜਿਨ੍ਹਾਂ ਦੇ ਪਾਸ ਸੀਕ੍ਰੇਟ ਇਨਫੋਰਮੇਸ਼ਨ ਇੱਕ ਰਿਸੀਵ ਹੁੰਦੀ ਹੈ ਕਿ ਜਿਨ੍ਹਾਂ ਨੇ 16 ਤਰੀਕ ਤੇ 17 ਤਰੀਕ ਦੀ ਰਾਤ ਨੂੰ ਫਾਇਰਿੰਗ ਕੀਤੀ ਸੀ, ਉਹ ਅਕਿਊਜ਼ਡ ਇਸ ਏਰੀਆ ਦੇ ਵਿੱਚ ਐਕਟਿਵ ਨੇ। ਅੱਜ ਇਹ ਦੁਬਾਰਾ ਫਾਇਰਿੰਗ ਕਰਨ ਦੀ ਤਾਕ ਦੇ ਵਿੱਚ ਜਿਹੜੀ ਹੈਗੀ ਹੈ ਆਏ ਹੋਏ ਨੇ।
ਅੱਗੇ ਵਧਦੇ ਯੂਐਸ ਇੰਡੀਆ ਵਪਾਰ ਸਮਝੌਤੇ ਤੇ ਦਿੱਲੀ ਤੋਂ ਪੰਜਾਬ ਤੱਕ ਸਿਆਸਤ ਭਖੀ ਹੋਈ ਹੈ। ਸੰਸਦ ਦੇ ਬਾਹਰ ਆਪ ਸੰਸਦਾਂ ਨੇ ਪ੍ਰਦਰਸ਼ਨ ਕੀਤਾ ਹੈ ਤਾਂ ਹੱਥਾਂ ਦੇ ਵਿੱਚ ਬੈਨਰ ਫੜ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਤਾਂ ਟ੍ਰੇਡ ਡੀਲ ਤੇ ਵਿਰੋਧੀ ਅਤੇ ਕਿਸਾਨ ਜਥੇਬੰਦੀਆਂ ਨੇ ਵੀ ਸਵਾਲ ਚੁੱਕੇ ਨੇ ਤਾਂ ਟ੍ਰੇਡ ਡੀਲ ਖਿਲਾਫ ਕਾਂਗਰਸ ਨੇ ਵੀ ਮੋਰਚਾ ਖੋਲ੍ਹਿਆ। ਸੰਸਦ ਦੇ ਬਾਹਰ ਰਾਹੁਲ ਗਾਂਧੀ ਅਤੇ ਕਾਂਗਰਸ ਐਮਪੀਜ਼ ਨੇ ਪ੍ਰਦਰਸ਼ਨ ਕੀਤਾ ਹੈ ਤਾਂ ਪੰਜਾਬ ਦੇ ਸੰਸਦ ਮੈਂਬਰ ਵੀ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਤਾਂ ਕਾਂਗਰਸ ਦਾ ਕਹਿਣਾ ਹੈ ਕਿ ਦੇਸ਼ ਨੂੰ ਬਰਬਾਦ ਕਰਨ ਵਾਲਾ ਇਹ ਸਮਝੌਤਾ ਹੈ। ਟ੍ਰੇਡ ਡੀਲ ਦੇਸ਼ ਦੇ ਕਰੋੜਾਂ ਲੋਕਾਂ ਦੇ ਨਾਲ ਧੋਖਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਸਦਨ ਦੇ ਵਿੱਚ ਆ ਕੇ ਜਵਾਬ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੀਐਮ ਮੋਦੀ ਕਿਸ ਦੇ ਕਹਿਣ ਤੇ ਰੂਸ ਤੋਂ ਤੇਲ ਨਾ ਖਰੀਦਣ ਦਾ ਫੈਸਲਾ ਲੈਂਦੇ ਨੇ। ਉਹਨਾਂ ਨੇ ਕਿਹਾ ਕਿ ਰੂਸ ਤੋਂ ਤੇਲ ਨਾ ਖਰੀਦਣ ਤੇ ਭਾਰਤ ਉੱਤੇ 80,000 ਕਰੋੜ ਰੁਪਏ ਦਾ ਬੋਝ ਪਵੇਗਾ ਤਾਂ ਅਮਰੀਕਾ ਵੈਨੇਜ਼ੁਏਲਾ ਤੋਂ ਮਹਿੰਗਾ ਤੇਲ ਖਰੀਦ ਕੇ ਪੈਸਾ ਲੋਕਾਂ ਤੋਂ ਵਸੂਲਿਆ ਜਾਵੇਗਾ। ਭਾਰਤ ਦੇ ਕਿਸਾਨਾਂ ਦਾ ਹੱਕ ਮਾਰ ਕੇ ਅਮਰੀਕਾ ਦੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਅੱਗੇ ਝੁੱਕ ਕੇ ਸਮਝੌਤਾ ਕੀਤਾ ਹੈ। ਪੀਐਮ ਮੋਦੀ ਨੇ ਅਮਰੀਕਾ ਅੱਗੇ ਗੋਡੇ ਟੇਕ ਦਿੱਤੇ ਨੇ। ਇਹ ਡੀਲ ਪੂਰੇ ਖੇਤੀਬਾੜੀ ਸੈਕਟਰ ਨੂੰ ਤਬਾਹ ਕਰਨ वाली डील है। देखिए, सबसे बड़ा विषय है इस वक्त देश के करोड़ों किसानों के मन में चिंता है। जो ट्रेड डील अमेरिका के साथ नरेंद्र मोदी जी ने किया है वो देश के साथ गद्दारी और धोखा है। देश के करोड़ों किसानों के साथ गद्दारी और धोखा है। सरकार को सदन में आके प्रधानमंत्री को जवाब देना चाहिए कि किसके कहने पर उन्होंने रूस से तेल न खरीदने का फैसला लिया। ट्रंप कह रहा है रूस से तेल नहीं खरीदेगा हिंदुस्तान। इसका मतलब भारत पर 80,000 करोड़ रुपए का भार पड़ेगा। ये 80,000 करोड़ रुपए हिंदुस्तान की जनता से वसूला जाएगा महंगा तेल अमेरिका से वेनेजुएला से खरीदकर। दूसरी बात, अमेरिका कह रहा है कि एग्रीकल्चर सेक्टर हमारे लिए खोल दिया गया है, यानी कृषि का क्षेत्र, कृषि का बाजार हिंदुस्तान के किसानों का हक मार के अमेरिका के किसानों के लिए खोल दिया गया है। आज देखिए कि भारत को, हमारे स्वाभिमान को मुझे लगता है कि सबसे बड़ा धक्का लगा। आज विश्व गुरु ने, मैं समझूंगा कि अमेरिका के आगे घुटने टेक दिए और अमेरिका ने अपनी शर्तों पर, जैसे संजय सिंह जी ने कहा कि सारे समझौते साइन करवाए गए। मैं पंजाब से आता हूं, आप देखिए कि पूरे विश्व में अगर कोई सबसे ज्यादा सब्सिडी कोई देश किसानों को देता है वो अमेरिका देता है और वहां वो मुफ्त के भाव में अनाज पैदा करेंगे और भारत को, पंजाब को यहां डंप ग्राउंड बना देंगे। वहां के किसानों के साथ, जिनको सबसे ज्यादा सब्सिडी मिल रही है, वहां के किसानों के साथ हमारे किसान जो कर्जे में डूबे हुए हैं, जो आए दिन सुसाइड कर रहे हैं, वो कैसे कम्पीट करेंगे? सो इसका जवाब प्रधानमंत्री जी को सदन में देना चाहिए, क्योंकि ये ऐसे समझौते हैं जिससे देश के किसान पंजाब के, हरियाणा के, महाराष्ट्र के बिल्कुल बर्बाद हो जाएंगे। ये तो पूरा जो एग्रीकल्चर हमारा सेक्टर है देश का, उसको तबाह करने वाली डील है। जैसा संजय जी ने बताया, मीत जी ने बताया, हम सदन से लेकर, सड़क से लेकर हर जगह इसका विरोध करेंगे, क्योंकि ये एग्जिस्टेंस को बचाने की, हमारा देश एग्रीकल्चर बेस्ड है। हम किसानों मजदूरों की लड़ाई लड़ रहे हैं और ये उनकी रोजी रोटी, पहले मनरेगा खत्म किया, अब ट्रेड डील के माध्यम से जो कम से कम मूल्य मिलता था किसान को, छोटे जो सबसे छोटा जमींदार है, किसान है, वो भी खत्म किया जा रहा है। इसलिए हम इसका विरोध कर रहे हैं। ये देखिए, ये पूरे देश को ये समझना होगा, ये बहुत कमजोर पीएम है। इन्होंने पूरा सेंटर कर रखा है। एक सिर्फ अपनी जो गलतियां की है उसके सारे सबूत अमेरिका के पास है। इनके मित्र के ऊपर एफआईआर वहां केस दर्ज हो चुका है, वो उसको कहीं से भी उठा लेंगे। ये सिर्फ उनको बचाने के लिए पूरा जोर लगाए हुए है। पूरे देश की युवा का विषय, पूरे देश के किसान का विषय, पूरी इंडस्ट्री का विषय इन्होंने खतरे में डाल दिया है। ਉਧਰ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਤੇ ਵਿਰੋਧ ਵਿਚਾਲੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦਾ ਬਿਆਨ ਸਾਹਮਣੇ ਆਇਆ। ਲੋਕ ਸਭਾ ਦੇ ਵਿੱਚ ਪੀਯੂਸ਼ ਗੋਇਲ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਦੌਰਾਨ ਦੋਵੇਂ ਧਿਰਾਂ ਆਪਣੇ ਹਿੱਤਾਂ ਦੀ ਰੱਖਿਆ ਨੂੰ ਯਕੀਨੀ ਬਣਾਉਣ ਦੇ ਵਿੱਚ ਸਫਲ ਰਹੀਆਂ ਨੇ। ਭਾਰਤੀ ਪੱਖ ਗੱਲਬਾਤ ਦੌਰਾਨ ਆਪਣੇ ਮੁੱਖ ਖੇਤਰਾਂ, ਖਾਸ ਕਰਕੇ ਖੇਤੀਬਾੜੀ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਦੇ ਵਿੱਚ ਸਫਲ ਰਿਹਾ ਹੈ। दोनों पक्षों के महत्वपूर्ण और विविध हितों को देखते हुए यह स्वाभाविक है कि दोनों पक्ष अपनी अपनी अर्थव्यवस्थाओं के महत्वपूर्ण और संवेदनशील क्षेत्रों की रक्षा करते हुए सर्वोत्तम संभव परिणाम सुनिश्चित करना चाहेंगे। इन वार्ताओं के दौरान भारतीय पक्ष अपने संवेदनशील क्षेत्रों
विशेषकर कृषि और दुग्ध क्षेत्रों के हितों की रक्षा सुनिश्चित करने में सफल रहा है। ਅੱਗੇ ਵਧਦੇ ਹਾਂ। ਅੱਜ ਸੁਪਰੀਮ ਕੋਰਟ ਦੇ ਵਿੱਚ SIR ਤੇ ਅਹਿਮ ਸੁਣਵਾਈ ਹੋਈ ਹੈ। ਮਮਤਾ ਬੈਨਰਜੀ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਮਮਤਾ ਬੈਨਰਜੀ ਨੇ ਵੱਡਾ ਬਿਆਨ ਦਿੱਤਾ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਬੰਗਾਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਸਰਨੀ ਬਦਲਣ ਤੇ ਵੀ ਨਾਮ ਕੱਟੇ ਜਾ ਰਹੇ ਨੇ। ਉਹਨੇ ਕਿਹਾ ਕਿ 2 ਸਾਲ ਦੀ ਪ੍ਰਕਿਰਿਆ 3 ਮਹੀਨਿਆਂ ਦੇ ਵਿੱਚ ਕਿਵੇਂ ਪੂਰੀ ਹੋਵੇਗੀ। ਮਮਤਾ ਬੈਨਰਜੀ ਨੇ ਕਿਹਾ ਕਿ ਲੋਕਾਂ ਦੇ ਨਾਮ ਵੋਟਰ ਲਿਸਟ ਚੋਂ ਹਟਾਏ ਜਾ ਰਹੇ ਨੇ। ਸੋਮਵਾਰ ਨੂੰ ਹੁਣ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਤਾਂ ਮਮਤਾ ਬੈਨਰਜੀ ਨੇ ਅਤੇ ਚੋਣ ਕਮਿਸ਼ਨ ਵਿਚਕਾਰ ਵਿਵਾਦ ਵੱਧਦਾ ਜਾ ਰਿਹਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ TMC ਦੇ ਮੁਖੀ ਨੇ ਸੁਪਰੀਮ ਕੋਰਟ ਦੇ ਵਿੱਚ ਚੋਣ ਕਮਿਸ਼ਨ ਦੇ ਖਿਲਾਫ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਹੈ, ਜਿਸ ਦੀ ਅੱਜ ਸੁਣਵਾਈ ਹੋਈ। ਬਿਹਾਰ ਵਿੱਚ SIR ਕਰਨ ਤੋਂ ਬਾਅਦ ਕੇਂਦਰ ਸਰਕਾਰ ਨੇ ਦੇਸ਼ ਭਰ ਦੇ 12 ਰਾਜਾਂ ਦੇ ਵਿੱਚ SIR ਕਰਨ ਦਾ ਫੈਸਲਾ ਕੀਤਾ ਹੈ। ਤਾਂ ਵਿਰੋਧੀ ਪਾਰਟੀਆਂ ਇਸ ਦੇ ਖਿਲਾਫ ਆਪਣੀ ਆਵਾਜ਼ ਉਠਾ ਰਹੀਆਂ ਨੇ, ਜਿਸ ਦੇ ਵਿੱਚ ਪੱਛਮੀ ਬੰਗਾਲ ਵੀ ਸ਼ਾਮਲ ਹੈ। ਤਾਂ ਮਮਤਾ ਬੈਨਰਜੀ ਦਾ ਇਲਜ਼ਾਮ ਹੈ ਕਿ SIR ਦੇ ਨਾਮ ਉੱਤੇ ਬੰਗਾਲ ਦੇ ਵਿੱਚ ਵੋਟਰ ਸੂਚੀਆਂ ਤੋਂ ਲਗਭਗ 58 ਲੱਖ ਵੋਟਰਾਂ ਦੇ ਨਾਮ ਹਟਾਏ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਜ਼ਿੰਦਾ ਵੋਟਰ ਵੀ ਸ਼ਾਮਲ ਨੇ, ਜਿਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਤਾਂ ਲਗਭਗ 15 ਸਾਲਾਂ ਤੋਂ ਮਮਤਾ ਬੈਨਰਜੀ ਨੇ ਬੰਗਾਲ ਦੇ ਵਿੱਚ ਆਪਣੀ ਮਜ਼ਬੂਤ ਪਕੜ ਬਣਾਈ ਰੱਖੀ ਹੋਈ ਹੈ ਅਤੇ ਭਾਜਪਾ ਨੂੰ ਇੱਥੇ ਆਪਣਾ ਦਬਦਬਾ ਸਥਾਪਿਤ ਕਰਨ ਨਹੀਂ ਦਿੱਤਾ। ਤਾਂ ਮਮਤਾ ਸਮਰਥਕਾਂ ਦਾ ਮੰਨਣਾ ਹੈ ਕਿ ਚੋਣਾਂ ਦੇ ਵਿੱਚ ਮਮਤਾ ਨੂੰ ਹਰਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਉਹਨਾਂ ਦੀਆਂ ਵੋਟਾਂ ਘਟਾ ਕੇ ਚੋਣਾਂ ਦੇ ਵਿੱਚ ਧਾਂਦਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ है। जो ममता बनर्जी जी पहुंची हैं, उन्होंने जो काला कोट पहना है भारतीय जनता पार्टी की काली करतूत के खिलाफ, और जनता को इसी तरह सामने आना पड़ेगा। ये व्यक्तिगत अधिकार की बात है। मत का छीनना आपका हक का छीनना, मत छीनेगा तो हक छीनेगा, और हक किस बात का? हर चीज का छीनता चला जाएगा। कल को विरासत के कागज आप बनाने के लिए सरकार आप पे दबाव बनाई, आप नहीं बना पाएंगे। नागरिकता का सवाल आएगा, बहुत सारे सवाल आएंगे। और जो उत्तर प्रदेश में हम लोगों ने SIR को देखा है, ये कहीं ना कहीं संगठित अपराध कर रहे हैं लोग। अधिकारी मिले हुए हैं, कुछ अधिकारी नहीं करना चाहते हैं, लेकिन फिर उसके बावजूद भी अधिकारियों पे दबाव बनाया जा रहा है। और कई जगह हम लोगों ने जो इलेक्शन कमीशन के अधिकारी और सरकार के अधिकारी उनको पकड़ा है और उदाहरण पेश किया है, किसी पे कार्रवाई नहीं हुई। आपके सुल्तानपुर में एक BLO को पकड़ा, उसने बाकायदा प्रिंट किया हुआ फॉर्म ला करके फॉर्म 7 भरवा लिया और वोट कट गए। जिससे शिकायत करता है वो दस्तखत करना नहीं जानता है। नंदलाल जिसका नाम जिसकी तरफ से फॉर्म भरा गया है, वो अंगूठा मारता है। बीजेपी के लोगों ने दस्तखत मरवा दिए उससे। ये फॉर्म 7 जानबूझ करके किसी लखनऊ, दिल्ली, कहीं ऐसा इनका एक सेंटर बना है, कमांड सेंटर, जहां से फॉर्म भर करके जा रहे हैं, बस्ते की तरह डिस्ट्रीब्यूट हो रहे हैं और वोट कटवाए जा रहे हैं। तो अगर हम आपत्ति उठाते तो इलेक्शन कमीशन कोई जवाब ही नहीं दे रहा, किसी पे कार्रवाई नहीं कर रहा। लगता तो ये कि साठगांठ इतनी पक्की है कि भविष्य में हो सकता है इलेक्शन कमीशन में भी बिल्डिंग पे उनके भारतीय जनता पार्टी का झंडा लग जाए। कि वो नौटंकी के मास्टर है। चुनाव है, चुनाव में नौटंकी, पिछले चुनाव में पैर टूट गया और जो रिजल्ट आया पैर ठीक हो गया। तो अभी SIR में जितनी गड़बड़ियां ममता बनर्जी ने की है, अपने दफ्तर से TMC के वर्करों के द्वारा अधिकारियों के साथ मिलकर के वहां के अधिकारियों को TMC का कार्यकर्ता बना दिया है और उल्टे जा रही है सुप्रीम कोर्ट। ਤਗੇਵਾਦੀ ਉੱਤਰ ਪ੍ਰਦੇਸ਼ ਦੇ ਵਿੱਚ 3 ਭੈਣਾਂ ਨੇ ਖੁਦਕੁਸ਼ੀ ਕੀਤੀ ਹੈ। ਮੋਬਾਈਲ ਤੇ ਗੇਮ ਖੇਡਣ ਤੋਂ ਰੋਕਣ ਤੇ ਭਿਆਨਕ ਕਦਮ ਚੁੱਕਿਆ। ਤਾਂ ਮਾਂ-ਬਾਪ ਨੇ ਗੇਮ ਖੇਡਣ ਤੋਂ ਰੋਕਿਆ ਸੀ। ਤਾਂ ਮੋਬਾਈਲ ਉਤੇ ਗੇਮ ਖੇਡਣ ਦੀ ਬੁਰੀ ਆਦਤ ਨੇ 3 ਨਾਬਾਲਗ ਭੈਣਾਂ ਦੀ ਜਾਨ ਲੈ ਲਈ ਹੈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਸਾਹਮਣੇ ਆਇਆ। ਤਾਂ ਮਾਂ-ਬਾਪ ਨੇ ਮੋਬਾਈਲ ਉਤੇ ਗੇਮ ਖੇਡਣ ਤੋਂ ਰੋਕਿਆ ਤਾਂ ਲੜਕੀਆਂ ਨੇ ਭਿਆਨਕ ਕਦਮ ਚੁੱਕ ਲਿਆ। ਤਾਂ 3 ਭੈਣਾਂ ਨੇ 9ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਤਾਂ ਮ੍ਰਿਤਕ ਲੜਕੀਆਂ ਦੀ ਉਮਰ 12, 14 ਅਤੇ 16 ਸਾਲ ਦੱਸੀ ਜਾ ਰਹੀ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਫਲੈਟ ਦੇ ਇੱਕ ਕਮਰੇ ਦੀਆਂ ਖਿੜਕੀਆਂ ਅਕਸਰ ਖੁੱਲੀਆਂ ਰਹਿੰਦੀਆਂ ਸਨ। 3 ਭੈਣਾਂ ਨੇ ਉਸ ਦੇ ਵਿੱਚੋਂ ਛਾਲ ਮਾਰ ਦਿੱਤੀ। ਪੁਲਿਸ ਮੁਤਾਬਕ 3 ਭੈਣਾਂ ਨੂੰ ਮੋਬਾਈਲ ਦੇ ਉੱਤੇ ਗੇਮ ਖੇਡਣ ਦੀ ਬੁਰੀ ਆਦਤ ਸੀ। ਉਹ ਮੋਬਾਈਲ ਉੱਤੇ ਇੱਕ ਟਾਸਕ ਬੇਸਡ ਗੇਮ ਖੇਡਦੀਆਂ ਸਨ, ਜਿਸ ਤੋਂ ਬਾਅਦ ਉਹਨਾਂ ਦੇ ਮਾਤਾ-ਪਿਤਾ ਨੇ ਉਹਨਾਂ ਨੂੰ ਮਨਾ ਕਰ ਦਿੱਤਾ, ਜਿਸ ਤੋਂ ਬਾਅਦ ਉਹਨਾਂ ਨੇ ਖੁਦਕੁਸ਼ੀ ਕਰ ਲਈ। 4/2/2026 को रात के करीब 2:15 पर PRB द्वारा सूचना प्राप्त हुई कि थाना टेजा मोड़ स्थित भारत सिटी में टावर D1 फ्लैट नंबर 907 की 9वीं मंजिल की बालकनी से 3 बच्चियों के कूदने की सूचना मिली।
और मौके पर जिनकी मृत्यु होने की सूचना प्राप्त हुई। मौके पर पहुंचकर जांच की गई तो मौके पर 3 बच्चियां क्रमशः निशिका उम्र लगभग 16 वर्ष, प्राची उम्र लगभग 14 वर्ष, पाखी उम्र लगभग 12 वर्ष, पुत्रियां चेतन कुमार सन ऑफ गौरी शंकर की भूतल पर गिरने के कारण मृत्यु हो गई है। ਤੱਕੇਵਾਦੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਹੈ। ਚੰਡੀਗੜ੍ਹ ਸਥਿਤ ਰਿਹਾਇਸ਼ ਤੇ ਪਹੁੰਚ ਕੇ ਗੱਲਬਾਤ ਕੀਤੀ ਹੈ। ਦੱਸਦੇ ਕਿ ਰਿਹਾਈ ਤੋਂ ਬਾਅਦ ਲਗਾਤਾਰ ਮੁਲਾਕਾਤਾਂ ਦਾ ਦੌਰ ਲਗਾਤਾਰ ਜਾਰੀ ਹੈ। ਤਕਾਲੀ ਜੇਲ੍ਹ ਤੋਂ ਬਿਕਰਮ ਸਿੰਘ ਮਜੀਠੀਆ ਬਾਹਰ ਆਏ ਨੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੱਜ ਬਿਕਰਮ ਸਿੰਘ ਮਜੀਠੀਆ ਦੇ ਨਾਲ ਉਹਨਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੇ ਮੁਲਾਕਾਤ ਕੀਤੀ ਹੈ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮਜੀਠੀਆ ਦਾ ਹਾਲ ਚਾਲ ਜਾਣਿਆ। ਇਸ ਦੌਰਾਨ ਉਹਨਾਂ ਨੇ ਮਜੀਠੀਆ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਤੇ ਰਿਹਾਈ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਤੱਕੇਵਾਦੀਆਂ ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ। ਮਜੀਠੀਆ ਦੀ ਰਿਹਾਈ ਤੋਂ ਬਾਅਦ ਅਕਾਲੀ ਦਲ ਦੀ ਵੱਡੀ ਬੈਠਕ ਹੋਵੇਗੀ। ਕੱਲ ਸਵੇਰੇ 11 ਵਜੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਮੀਟਿੰਗ ਹੋਵੇਗੀ। ਤਾਂ ਦੱਸਦੇ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਵੇਗੀ। ਮੀਟਿੰਗ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਵੀ ਸ਼ਾਮਲ ਹੋ ਸਕਦੇ ਨੇ। ਤਾਂ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦੇ ਵੱਲੋਂ ਅਹਿਮ ਮੀਟਿੰਗ ਬੁਲਾਈ ਗਈ ਹੈ। ਇਹ ਮੀਟਿੰਗ 5 ਫਰਵਰੀ ਯਾਨੀ ਕੱਲ ਵੀਰਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿਖੇ 11 ਵਜੇ ਹੋਵੇਗੀ। ਤਾਂ ਮੀਟਿੰਗ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਹੋਵੇਗੀ। ਤਾਂ ਬਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਹ ਮੀਟਿੰਗ ਸੱਦੀ ਗਈ ਹੈ। ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮੀਟਿੰਗ ਦੇ ਵਿੱਚ ਆਪਣੀ ਰਣਨੀਤੀ ਉਲੀਕੀ ਜਾਵੇਗੀ। ਉਧਰ ਦਸ਼ਮੇਸ਼ ਅਕੈਡਮੀ ਖਿਲਾਫ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਂਚ ਦੀ ਮੰਗ ਕੀਤੀ ਹੈ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੀ ਦਸ਼ਮੇਸ਼ ਅਕੈਡਮੀ ਦੇ ਫੰਡਾਂ ਦੀ ਜਾਂਚ ਕੀਤੀ ਜਾਵੇ। ਪੰਜਾਬ ਦੇ ਮੁੱਖ ਸਕੱਤਰ ਨੂੰ ਹਰਜੋਤ ਸਿੰਘ ਬੈਂਸ ਨੇ ਚਿੱਠੀ ਲਿਖੀ। ਉਹਨਾਂ ਨੇ ਟਰਸਟ ਦੇ ਫੰਡਾਂ ਦੇ ਗਬਨ ਦੇ ਜਾਇਦਾਦ ਦੀ ਦੁਰਵਰਤੋਂ ਦੇ ਇਲਜ਼ਾਮ ਲਗਾਏ ਨੇ। ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਡੀਓ ਰੂਪਨਗਰ ਦੀ ਮੁੱਢਲੀ ਜਾਂਚ ਦੇ ਵਿੱਚ ਖਾਮੀਆਂ ਸਾਹਮਣੇ ਆਈਆਂ ਨੇ। ਪ੍ਰਿੰਸੀਪਲ ਦੀ ਕਥਿਤ ਜਾਲੀ PhD ਡਿਗਰੀ ਦੀ ਵੀ ਪੁਲਿਸ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਹੱਤਵਪੂਰਨ ਰਿਕਾਰਡ ਜ਼ਬਤ ਕਰਨ ਦੇ ਵੀ ਨਿਰਦੇਸ਼ ਦਿੱਤੇ ਜਾਣ ਤਾਂ 30 ਦਿਨਾਂ ਦੇ ਵਿੱਚ ਸਮਾਂਬੱਧ ਜਾਂਚ ਰਿਪੋਰਟ ਪੇਸ਼ ਕਰਨ ਦੀ ਮੰਗ ਕੀਤੀ ਗਈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਰਿਪੋਰਟ ਸਾਰੀ ਸੌਂਪੀ ਜਾਵੇ ਤਾਂ ਟਰਸਟ ਦੇ ਸਾਬਕਾ ਚੇਅਰਮੈਨ ਦੀ ਵੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਫਿਲਹਾਲ ਇਸ ਬੁਲਟਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।